ससड़िए तेरे पंज पुतर दो ऐबी दो शराबी जीड़ा मेरे हाण दाओ खिलिया फुल गुलाबी हो काला शकला मेरा काला है सरदार कोरे अंजपा करो हो कोरे अंजपा करो मैं आप तेरे दीदार काला शकला ਉਹ ਜਿਹੜਾ ਮੂਮੈਂਟ ਸੀ ਪਹਿਲਾ ਜਦੋਂ ਤੁਸੀਂ ਉਸ ਆਡੀਸ਼ਨ ਦੇ ਵਿੱਚ ਖੜੇ ਸੀ ਔਰ ਜਦੋਂ ਤੁਸੀਂ ਕੋਕ ਸਟੂਡੀਓ ਪਹੁੰਚਦੇ ਹੋ ਪਰਫਾਰਮ ਕਰਦੇ ਹੋ ਉਹਨਾਂ ਦੋਹਾਂ ਦੇ ਵਿੱਚ ਤੁਹਾਡਾ ਬੈਸਟ ਮੂਮੈਂਟ ਅੱਜ ਤੱਕ ਕਿਹੜਾ ਰਿਹਾ ਹੈ कोक स्टूडियो तो मैं भूल ही गई सी ਔਰ ਕਿਹੜਾ Song ਹੈ ਜਿਸ ਦੀ ਬਾਰ-ਬਾਰ ਡਿਮਾਂਡ ਹੁੰਦੀ ਹੈ ਜਦੋਂ ਵੀ ਤੁਸੀਂ ਸ਼ੋਅ ਲਈ ਜਾ ਰਹੇ ਹੋ छल्ला कालिया मरचा छल्ला कालिया मरचा छल्ला कालिया ओ मरचा वे मोरा पी के मरसा वे सिरे तेरे झड़सा वे गल सुन चलिया चोरा वे सरदी की तई कोला ਪਰ ਕੋਈ ਐਸਾ ਸਮਾਂ ਜਿਸ ਨੂੰ ਤੁਸੀਂ ਇਹ ਮਹਿਸੂਸ ਕੀਤਾ ਕਿ ਮਿਊਜ਼ਿਕ ਮੇਰੀ ਚੀਜ਼ ਨਹੀਂ ਹੈ ਜਾਂ ਹਮੇਸ਼ਾ ਤੋਂ ਬਰਕਰਾਰ ਰਿਹਾ सो असी वो थॉट ही नहीं रखते फ्री बर्ड्स असी दिल नाल करदे हैं ਕਿੰਨਾ ਜ਼ਰੂਰੀ ਸੀ ਇਹ ਜਿਹੜਾ ਇਹ ਸੁਪਨਾ ਤੁਹਾਡਾ ਪੂਰਾ ਹੋਇਆ ਔਰ ਜਿੱਥੇ ਤੁਸੀਂ ਅੱਜ ਖੜੇ ਹੋ मैनू बिलीव सीगा उस पावर विच ये होएगा ਐਂਡ ਥੈਂਕ ਗॉड ਹੋ ਗਿਆ ਬਹੁਤ ਸਾਰੇ ਸਿੰਗਰਸ ਲਈ ਕਿਹਾ ਜਾਂਦਾ ਹੈ ਕਿ ਆਟੋ ਟਿਊਨ ਦੀ ਯੂਜ਼ ਕੀਤਾ ਜਾਂਦਾ ਹੈ ਔਰ ਉਸ ਨੂੰ ਲੈ ਕੇ ਕ੍ਰਿਟਿਸਿਜ਼ਮ ਵੀ ਹੁੰਦਾ ਹੈ ਚੰਗੀ ਗੱਲ ਹੈ ਕਰਨਾ ਚਾਹੀਦਾ ਹੈ ਜਾਂ एक सपोर्ट सिस्टम है बट इट डज नॉट पॉजिटिवली यूज करनी पॉजिटिवली चाहिए यूज करनी चाहिए ना कि इट शुडंट रिप्लेस टैलेंट ਨੋ ਸਪਿਨ बिल्कुल जी बिल्कुल ਇਹਦੇ ਲਈ ਵੀ ਬੋਲਿਆ ਜਾਂਦਾ ਹੈ देखो जी ਅਸੀਂ ਜਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਆ ਜੁਐਲਰੀ ਸਪੈਸ਼ਲੀ ਐਜ਼ ਅ ਮੇਲ ਪਰਸਨ ਮੈਨੂੰ ਤਾਂ ਬਹੁਤ ਕੁਝ ਸੁਣਨਾ ਪੈਂਦਾ ਹੈ हरी इज नॉट अवेयर ਅੱਖੀਆਂ से गोली मारे हरी has left the world and somebody else is on the stage वो लट्ठे दी आहो सामने बोलो रस के नलंग माया ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਡੇਲੀ ਪੋਸਟ ਨਿਊਜ਼ ਦੇ ਇਸ ਨਿਊਜ਼ ਰੂਮ ਦੇ ਵਿੱਚ ਫਿਜ਼ਾਵਾਂ ਦੇ ਵਿੱਚ ਇੱਕ ਖਾਸ ਰੰਗ ਘੁਲਣ ਜਾ ਰਿਹਾ ਹੈ ਮੈਂ ਨਿਸ਼ਾ ਪ੍ਰਭਾ ਸਾਰਾ ਦਾ ਇਸਤਕਬਾਲ ਕਰਦੀ ਹਾਂ ਕਿਉਂਕਿ ਅੱਜ ਇੱਕ ਐਸੀ ਜੋੜੀ ਨਿਊਜ਼ ਰੂਮ ਦੇ ਵਿੱਚ ਪਹੁੰਚੀ ਹੈ ਜਿਸ ਨੇ ਪੁਰਾਣੇ ਵਿਰਸੇ ਦੇ ਨਾਲ ਨਵੇਂ ਨਬਜ਼ ਨੂੰ ਜੋੜਿਆ ਜਦੋਂ ਇਹ ਲੱਠੇ ਦੀ ਚਾਦਰ ਤੇ ਸੁਰਾਂ ਦੀ ਕਢਾਈ ਪਾਉਂਦੇ ਨੇ ਜਦੋਂ ਇਹ ਦੋਵੇਂ ਮਿਲ ਕੇ ਸਟੇਜ ਸਜਾਉਂਦੇ ਨੇ ਸਾਲ 2008 ਤੋਂ ਸ਼ੁਰੂ ਹੋਇਆ ਇਹ ਸਫ਼ਰ ਕੋਕ ਸਟੂਡੀਓ ਤੋਂ ਹੁਣ ਪਹੁੰਚ ਗਿਆ ਹੈ ਹਰ ਘਰ ਮਧਾਣੀਆਂ ਦੇ ਦਰਦ ਤੋਂ ਲੈ ਕੇ ਛੱਲੇ ਦੀ ਰਵਾਨੀ ਤੱਕ ਕਾਲਾ ਸ਼ਾਹ ਕਾਲਾ ਦੀ ਕਹਾਣੀ ਤੱਕ ਅੱਜ ਇਸ ਸਫ਼ਰ ਦੀ ਗੱਲ ਕਰਾਂਗੇ ਕਿਉਂਕਿ ਫੋਕਟ੍ਰੋਨਿਕ ਨੂੰ ਲੈ ਕੇ ਇਸ ਵੱਖਰੀ ਵਾਈਬ ਨੂੰ ਲੈ ਕੇ ਅੱਜ ਨਿਊਜ਼ ਰੂਮ ਦੇ ਵਿੱਚ ਪਹੁੰਚੀ ਹੈ ਜੋੜੀ ਹਰੀ ਐਂਡ ਸੁਖਮਨੀ ससड़िए तेरे पंज पुतर दो ऐबी दो शराबी ससड़िए तेरे पंज पुतर दो ऐबी दो शराबी जेड़ा मेरे हाण दाओ खिलिया फुल गुलाबी हो काला मेरा काला है सरदार कोरे अंजपा करो ਸੋ ਇਸ ਖੂਬਸੂਰਤ ਪ੍ਰੈਜੈਂਟੇਸ਼ਨ ਨੂੰ ਦੇਖ ਕੇ ਪਤਾ ਲੱਗ ਗਿਆ ਹੋਵੇਗਾ ਅੰਦਾਜ਼ਾ ਤੁਸੀਂ ਲਗਾ ਚੁੱਕੇ ਹੋ ਕਿ ਅੱਜ ਨਿਊਜ਼ ਰੂਮ ਦੇ ਵਿੱਚ ਕੀ ਧਮਾਲਾਂ ਪੈਣ ਜਾ ਰਹੀਆਂ ਨੇ ਸੋ ਹਰੀ ਐਂਡ ਸੁਖਮਨੀ ਬਹੁਤ ਸਵਾਗਤ ਡੇਲੀ ਪੋਸਟ ਤੇ थैंक यू जी थैंक यू जी थैंक यू फॉर हैविंग अस ਸਭ ਤੋਂ ਪਹਿਲਾਂ ਤੇ ਸਵਾਲ ਇਹੀ ਹੈ ਕਿ ਰਾਮਪੁਰ ਘਰਾਣਾ ਕਲਾਸੀਕਲ 뮤직 ਤੇ ਉਸ ਤੋਂ ਬਾਅਦ ਇਹ ਜਿਹੜਾ ਜਾਦੂ ਹੈ ਇਹ ਕਿਵੇਂ ਸਬਬ ਬਣਿਆ ਇਸ ਦੇ ਬਾਰੇ ਸਭ ਤੋਂ ਪਹਿਲਾਂ ਦਰਸ਼ਕ ਜਾਣਨਾ ਚਾਹਣ ਸੋ ਬੇਸਿਕਲੀ ਮੇਰੀ ਟ੍ਰੇਨਿੰਗ ਮੈਂ ਮਾਸਟਰਸ ਕੀਤਾ ਹੈ ਹਿੰਦੁਸਤਾਨੀ ਕਲਾਸੀਕਲ ਵੋਕਲ ਵਿੱਚ ਤੇ ਜਿਹੜੇ ਮੇਰੇ ਗੁਰੂ ਸੀਗੇ ਉਹ ਰਾਮਪੁਰ ਪਰੰਪਰਾ ਤੋਂ ਸੀਗੇ ਤੇ ਉਹਨਾਂ ਕਰਕੇ ਫਿਰ ਮੇਰੀ ਤਾਲੀਮ ਵੀ ਰਾਮਪੁਰ ਪਰੰਪਰਾ ਵਿੱਚ ਹੋਈ ਹੈ ਬਟ ਸ਼ੁਰੂਆਤ ਵਿੱਚ ਐਸਾ ਲੱਗਦਾ ਸੀ ਕਿ ਕਲਾਸੀਕਲ 뮤직 ਵਿੱਚ ਸਕੋਪ ਨਹੀਂ ਹੈਗਾ ਕੰਮ ਦਾ
ਸੋ ਬਸ ਫਿਰ ਢੂੰਡਦੇ ਮੈਂ ਥੀਏਟਰ 'ਚ ਪਹੁੰਚ ਗਈ, ਮਿਊਜ਼ੀਕਲ ਕੀਤਾ ਜਿੱਥੇ ਮੈਂ ਸਿੰਗਿੰਗ ਡਾਂਸਿੰਗ ਕਰ ਰਹੀ ਸੀ, ਤੇ ਉੱਥੋਂ ਫਿਰ ਮੈਂ ਹਰੀ ਨੂੰ ਮਿਲ ਗਈ, ਤੇ ਹਰੀ ਨਾਲ ਫਿਰ ਹਰੀ ਪ੍ਰੋਡਿਊਸਰ ਸੀਗਾ, ਤੇ ਅਸੀਂ ਕਿਹਾ ਚਲੋ ਅਸੀਂ ਮਿਊਜ਼ਿਕ ਬਣਾਉਂਦੇ ਹਾਂ, ਤੇ ਅਸੀਂ ਨਵੀਂ ਪੀੜ੍ਹੀਆਂ ਆ ਰਹੀਆਂ ਨੇ, ਉਹ ਵੈਸਟਰਨ ਮਿਊਜ਼ਿਕ ਜ਼ਿਆਦਾ ਸੁਣਦੇ ਨੇ, ਤੇ ਅਸੀਂ ਸੋਚਿਆ ਕਿ ਜਿਹੜੀ ਸੁਸਾਇਟੀ 'ਚ ਅਸੀਂ ਹੈਗੇ ਆ, ਉਹਨਾਂ ਬੱਚਿਆਂ ਨੂੰ ਅਸੀਂ ਇਹ ਮਿਊਜ਼ਿਕ ਸੁਣਾਈਏ ਜਿਹੜਾ ਅਸੀਂ ਵੈਲਿਊ ਕਰਦੇ ਆ। ਪਰ ਸੁਖਮਨੀ, ਬਹੁਤ ਵਾਰ ਇਹ ਹੁੰਦਾ ਹੈ ਕਿ ਇਹ ਇਲਜ਼ਾਮ ਵੀ ਲੱਗਦਾ ਹੈ ਕਿ ਜਿਹੜੇ ਲੋਕ ਰੀਮਿਕਸ ਕਰਦੇ ਨੇ ਉਹ ਸਾਡੇ ਫੋਕ ਸੌਂਗ ਨੇ, ਜਿਹੜੇ ਸਾਡੀ ਵਿਰਾਸਤ ਨੇ, ਉਸ ਦੇ ਨਾਲ ਕਿਤੇ ਨਾ ਕਿਤੇ ਖਿਲਵਾੜ ਕਰਦੇ ਨੇ। ਕੀ ਤੁਹਾਡੇ ਕੋਲ ਵੀ ਇਹੋ ਜਿਹੀਆਂ ਗੱਲਾਂ ਪਹੁੰਚਦੀਆਂ ਸੀ? ਲੋਕ ਸ਼ਿਕਾਇਤ ਕਰਦੇ ਸੀ ਕਿ ਜਦੋਂ ਤੁਸੀਂ ਫੋਕ ਸੌਂਗਸ ਨੂੰ ਲੈ ਕੇ ਤਿਆਰੀ ਕਰਦੇ ਸੀ ਔਰ ਉਹਨਾਂ ਨੂੰ ਚੇਂਜ ਕਰਕੇ, ਉਹਨਾਂ ਦੀ ਬੀਟਸ ਨੂੰ ਚੇਂਜ ਕਰਕੇ, ਸੋ ਇਹ ਜਿਹੜਾ ਕਲਾਸੀਕਲ ਔਰ ਫੋਕ ਔਰ ਬੀਟਸ ਦਾ ਸੰਗਮ ਬਣਿਆ, ਇਸ ਦੇ ਵਿੱਚ ਚੈਲੰਜਸ ਕੀ ਰਹੇ ਜਦੋਂ ਸ਼ੁਰੂਆਤੀ ਦੌਰ ਸੀ? ਐਕਚੁਅਲੀ ਸਭ ਤੋਂ ਵੱਡਾ ਚੈਲੰਜ ਤਾਂ ਇਹੀ ਸੀਗਾ ਕਿ ਇਹ ਟੈਕਨੋਲੋਜੀ ਅਸੀਂ ਯੂਜ਼ ਕਰ ਰਹੇ ਹਾਂ, ਹੈ ਨਾ। ਜਿਵੇਂ ਅਸੀਂ ਪਾਸਟ 'ਚ ਜਾਈਏ ਤਾਂ ਫੋਕ ਮਿਊਜ਼ਿਕ ਵਿੱਚ ਇੰਨਾ ਟੈਕਨੋਲੋਜੀ ਯੂਜ਼ ਹੁੰਦਾ ਨਹੀਂ ਹੈ। ਦੈਟ ਵਾਸ ਦਾ ਫਰਸਟ ਸਟੈਪ, ਫਰਸਟ ਥਿੰਗ, ਜਿੱਥੇ ਸਾਨੂੰ ਥੋੜਾ ਜਿਹਾ ਉਹ ਫ੍ਰਿਕਸ਼ਨ ਸੀਗੀ, ਬਟ ਹੋਇਆ ਕਿ ਅਸੀਂ ਜਿਹੜੇ ਗਾਣੇ ਅਸੀਂ ਪ੍ਰੈਜ਼ੈਂਟ ਕੀਤੇ ਨੇ, ਉਹਨਾਂ ਦੀ ਅਸੀਂ ਜਿਹੜੀ ਰੂਹ ਹੈ, ਸੋਲ ਜਿਹੜੀ ਹੈਗੀ ਹੈ, ਉਹ ਅਸੀਂ ਪ੍ਰੀਜ਼ਰਵ ਕੀਤੀ ਹੋਈ ਹੈ। ਕੋਸ਼ਿਸ਼ ਤਾਂ ਇਹੀ ਹੈ ਸਾਡੀ, ਨਹੀਂ, ਬਟ ਯੂ ਆਰ ਕਰੈਕਟ ਕਿ ਜੀ ਸਾਨੂੰ ਇੱਕ ਹੁੰਦਾ ਨਾ ਕਿ ਜਾਂ ਤੇ ਤੁਸੀਂ ਇਸ ਸਾਈਡ ਹੈਗੇ ਹੋ ਜਾਂ ਤੁਸੀਂ ਉਸ ਸਾਈਡ ਹੈਗੇ ਹੋ, ਅਸੀਂ ਹੈਗੇ ਵਿਚਕਾਰਲੇ ਸੈਂਟਰ ਕੋ। ਸੋ ਜਿਹੜੇ ਪਿਓਰਿਸਟ ਹੈਗੇ ਨੇ ਉਹ ਜ਼ਰੂਰ ਕਹਿੰਦੇ ਨੇ, ਸ਼ਾਇਦ ਉਹਨਾਂ ਨੂੰ ਹਾਂਜੀ ਲੱਗੇਗਾ ਕਿ ਜੀ ਗਾਣਾ ਵਿਗਾੜਤਾ ਜਾਂ ਜੋ ਵੀ ਹੈਗਾ, ਬਟ ਅਸੀਂ ਟਿਊਨ ਉਹੀ ਰੱਖੀ ਹੈ, ਗਾਣ ਦਾ ਜਿਹੜਾ ਜਜ਼ਬਾ ਹੈ ਉਹੀ ਹੈਗਾ, ਮਿਊਜ਼ਿਕ ਡਿਫਰੈਂਟ ਹੈਗਾ। ਜਿਹੜੀ 90s ਦੀ ਜੋ ਜਨਰੇਸ਼ਨ ਹੈ ਉਸ ਦੇ ਲਈ ਜ਼ਰੂਰ ਇਹ, ਕਿਉਂਕਿ ਇਹ ਅਮੈਲਗਾਮੇਸ਼ਨ ਹੈ ਇੱਕ, ਕਿ ਬਹੁਤ ਵਧੀਆ ਤੁਸੀਂ ਇਸ ਨੂੰ ਕੰਬੋ ਜਿਹੜਾ ਬਣਾ ਕੇ ਪੇਸ਼ ਕਰਦੇ ਹੋ। ਸੋ ਮੈਂ ਚਾਹਾਂਗੀ ਕਿ ਆਰਤੀ ਕਪੂਰ ਸਿੰਘ ਮੈਮ ਉਹ ਜ਼ਰੂਰ ਜੁਆਇਨ ਕਰਨ, ਕਿਉਂਕਿ ਸਾਡੀ ਜਿਹੜੀ ਏਜ ਗਰੁੱਪ ਹੈ ਇਸ ਨੂੰ ਬਹੁਤ ਇਹ ਜਿਹੜੇ ਗਾਣੇ ਨੇ ਉਹ ਪਸੰਦ ਹੁੰਦੇ ਨੇ, ਪਰ ਅੱਜ ਦੀ ਪੀੜ੍ਹੀ ਦੇ ਨਾਲ ਚੱਲਣ ਦਾ ਪ੍ਰੈਸ਼ਰ ਵੀ ਬਹੁਤ ਵੱਡਾ ਹੈ। ਸੋ ਮੈਮ ਮੈਂ ਤੁਹਾਨੂੰ ਜ਼ਰੂਰ ਚਾਹਾਂਗੀ ਕਿ ਫੋਕ ਟਿਊਨਿੰਗ ਦੇ ਬਾਰੇ ਜਿਹੜਾ ਸਵਾਲ ਹੈ ਤੁਸੀਂ ਜ਼ਰੂਰ ਕਰੋ। I think Nisha, ਪਹਿਲਾਂ ਤਾਂ this is not right. Let's not disclose ages because music transcends all borders. And from what I have observed with Hari and Sukhmani, listening to them for a very long time, they've had this timber ki Kala Shah Kala, for instance, which is the latest song. It's something that my grandmother listened to. It's something my great grandmother also sang and was played at my wedding. So, I wanted to always ask you that how do you decide which songs to do, one, and then which are the elements of that song that you're not going to mess with? So, to begin with, when we were younger, when we used to go to for family gatherings or to aunties and uncles' homes, the form of entertainment was always to sit in the drawing room and gana bajana, and the tolki and the tolki would come out, somebody would play the tabla, tolki. Yes, not to forget. There's always that couple of uncles and aunts who know how to sing, so Yes. there was full on gana bajana, and a lot of these songs came from there, so it's literally passed down from generation to generation in this true sense and true form. So those were really the first songs that we attacked. And Hari, you're an engineer, yeah? And when you bring in that science, that tech, how do you still strive a balance between, the soul of the song, the music of the song, and not making it too artificial? And how do you guys arrive at that balance? Do you have any fights with him since you're trained in Rampur Gharana and he's an engineer? Of course. Hari has this, ਉਹਦਾ ਹੈਗਾ ਕਿ he has to change. ਉਹਨੇ ਚੇਂਜ ਲਿਆਣਾ ਹੀ ਲਿਆਣਾ ਹੈ। ਕਈ ਵਾਰ ਮੈਂ ਵੀ ਆਮ ਆਲਸੋ ਲਾਈਕ ਕਿ ਯਾਰ ਵੀ ਕੈਨ ਨਾਟ ਚੇਂਜ ਦਿਸ, ਐਂਡ ਕਈ ਵਾਰੀ ਮੈਨੂੰ ਆਪਣੀ ਸੋਚ ਵੀ ਖੋਲਣੀ ਪੈਂਦੀ ਹੈ ਬਿਕੋਜ਼ ਹਰੀ ਦਾ ਪਰਸਪੈਕਟਿਵ ਹੈਗਾ, ਸੋ ਆਫ ਕੋਰਸ ਵੀ ਆਰ ਟੂ ਆਫ ਅਸ, ਪਰਸਪੈਕਟਿਵਸ ਆਰ ਡਿਫਰੈਂਟ। ਅੱਛਾ, ਜਿਹੜੇ ਇਹ ਵੱਖਰੇ ਪਰਸਪੈਕਟਿਵਸ ਨੇ, ਇਹ ਜਦੋਂ ਮਿਲੇ ਤਾਂ ਪਹਿਲਾ ਰਿਐਕਸ਼ਨ ਕੀ ਸੀ? ਕਿਉਂਕਿ ਜਦੋਂ ਸ਼ੁਰੂਆਤ 2008 ਦੇ ਵਿੱਚ ਤੁਸੀਂ ਕੀਤੀ ਤਾਂ ਲੋਕਾਂ ਦਾ ਰਿਐਕਸ਼ਨ ਕਿਵੇਂ ਸੀ, ਔਰ ਤੁਹਾਡਾ ਆਪਸ ਦੇ ਵਿੱਚ ਜਿਹੜੀ ਬੌਂਡਿੰਗ ਇੰਨੀ
ਕੁਇਕ ਬੌਂਡਿੰਗ ਬਣੀ, ਉਸ ਦੇ ਪਿੱਛੇ ਰਾਜ਼ ਕੀ ਸੀ? ਇਹ ਜ਼ਰੂਰ ਬੜਾ ਇੰਟਰਸਟਿੰਗ ਹੈ। ਰਾਜ਼ ਤਾਂ ਸਾਨੂੰ ਵੀ ਨਹੀਂ ਪਤਾ, ਇਟ ਵਾਸ ਇਨਸਟੈਂਟ। ਮਤਲਬ ਅਸੀਂ ਮਿਲੇ, ਸਾਨੂੰ ਕਾਮਨ ਫਰੈਂਡਸ ਨੇ ਮਿਲਾਇਆ ਤੇ ਇਟ ਵਾਸ ਵੈਰੀ ਨੈਚੁਰਲ। ਮਤਲਬ ਹਰੀ ਨੇ ਕਿਹਾ ਮੈਂ ਕੁਝ ਐਲਬਮ ਬਣਾ ਰਿਹਾ, ਤੇ ਮੈਂ ਕਿਹਾ ਠੀਕ ਹੈ ਸੁਣਾਓ ਜੀ। ਇਹਨੇ ਮੈਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕੀਤਾ, ਮੈਨੂੰ ਗਾਣੇ ਸੁਣਾਓ। ਸੋ ਅਸੀਂ ਬਸ ਕਰਦੇ ਕਰਾਂਦੇ ਕੰਪੇਅਰ ਕੀਤਾ ਵਰਕ, ਤੇ ਇਹਨੇ ਕੁਝ ਪਲੇ ਕੀਤਾ, ਕਹਿੰਦਾ ਕਿ ਤੂੰ ਡੂ ਯੂ ਥਿੰਕ ਯੂ ਕੈਨ ਸਿੰਗ ਔਨ ਦਿਸ, ਐਂਡ ਦੈਟਸ ਹਾਊ ਆਵਰ ਫਰਸਟ ਸੌਂਗ ਕੇਮ ਅਬਾਊਟ। ਇਟਸ ਕਾਲਡ ਡ੍ਰੀਮਸ, ਕਲਾਸੀਕਲ ਸੀਗਾ। ਸੋ ਸ਼ੁਰੂਆਤ ਅਸੀਂ ਐਕਚੁਅਲੀ ਇਲੈਕਟ੍ਰੋ ਕਲਾਸੀਕਲ ਨਾਲ ਕੀਤੀ ਸੀ, ਐਂਡ ਦੈਨ ਵੀ ਰਿਅਲਾਈਜ਼ ਕਿ ਨਹੀਂ ਯਾਰ ਫੋਕ ਵੀ ਐਡ ਕਰਨਾ ਚਾਹੀਦਾ, ਯਾ ਦਿਸ ਮਤਲਬ ਹੈਸ ਟੂ ਬੀ ਫਲੇਵਰ ਜਿਹੜਾ ਹੈਗਾ ਨਾ ਫੋਕ ਮਿਊਜ਼ਿਕ ਦਾ, that's ਫॉर श्योर। I guess like Hari said, we've grown up listening to it. So yeah, I think basically vibe ਦੀ ਗੱਲ ਸੀਗੀ। I think it's always been about the vibe. Basically ਅਸੀਂ audition ਦਿੱਤਾ for our first show. It was in a restaurant in Chandigarh. ਤੇ ਉਹਨਾਂ ਨੇ ਸਾਡਾ ਮਿਊਜ਼ਿਕ ਸੁਣਿਆ, ਉੱਥੇ ਜਾ ਕੇ ਅਸੀਂ ਆਪਣਾ ਸਪੀਕਰ ਵਗੈਰਾ ਸਾਰਾ ਕੁਝ ਲੈ ਗਏ, ਜਿਵੇਂ ਅਸੀਂ ਇੱਥੇ ਲੈ ਆਏ ਕਨੈਕਟ ਕੀਤਾ, ਟਾਈਮ ਲਾ ਕੇ ਅਸੀਂ ਗਾਣੇ ਸੁਣਾਏ। ਸਾਡੇ ਕੋਲ ਸੀਗੇ 2 ਗਾਣੇ, ਅਸੀਂ ਗਾਣੇ ਸੁਣਾਏ। ਉਹ ਕਹਿੰਦੇ ਜੀ ਡਨ ਹੈਗਾ, ਬਟ ਸ਼ਰਤ ਇਹ ਹੈ ਕਿ ਹੋਰ ਕਿੱਥੇ ਨਹੀਂ ਪਰਫਾਰਮ ਕਰਨਾ, ਐਂਡ 3 nights a week only at that restaurant. Oh, okay. We That was said Orchid great, Lounge. ਕੰਮ Yeah. ਮਿਲ ਗਿਆ। ਤੇ ਪਹਿਲਾਂ ਉਹੀ ਗਾਣਾ ਇੱਕ ਵਾਰ ਫਿਰ ਤੋਂ ਹੋ ਜਾਏ, ਕਿਉਂਕਿ ਦਰਸ਼ਕ ਉਹ ਵੀ ਸੁਣਨਾ ਚਾਹੁੰਦੇ ਨੇ, ਤੇ ਇੱਕ ਵਾਰ ਜਾਦੂ ਜਿਹੜਾ ਹੈ ਸੁਰਾਂ ਦਾ ਇੱਕ ਵਾਰ ਫਿਰ ਤੋਂ ਨਿਊਜ਼ ਰੂਮ ਤੇ। Or maybe Boohe Bariyan, for me that is the breakout song, because True. मैं एक और चीज़ भी add करना चाहनी है थे, that जिਵੇਂ you do folk, Hari also puts in his own verses. Do you write them beforehand? Do you rehearse them, or you just go with the flow? So Sukni always tells me, you know, that if I wasn't part of Hari and Sukni, I would be in a boy band. Yeah. You He know, would be the I agree. Yeah. so the lyrics come very naturally to me. exactly. You have to learn sing that, Yeah. by the way. Yeah, those lyrics come very naturally to me. So let's go with Boohe Bariyan perhaps, Yeah, of with course. that riff with ਮਦਾਨੀਆਂ ਹਾਏ ਓ ਮੇਰੇ ਡਾਡਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਹਾਏ ਹਸੋਈ ਬਾਬੁਲ ਤੇਰੇ ਮੈਲਾ ਵਿੱਚੋਂ ਤੇਰੀ ਲਾਡੋ ਪਰਦੇਸਣ ਹੋਈ ਹਾਏ ਮਦਾਨੀਆਂ ਤੁਸੀਂ ਕਿਹਾ ਕਿ ਵਿਜ਼ਨ ਬਹੁਤ ਕਲੀਅਰ ਹੈ, ਔਰ ਉਹ ਵਿਜ਼ਨ ਜਿਹੜਾ ਹੈ ਕਿ ਪੰਜਾਬੀ ਫੋਕ ਨੂੰ ਜ਼ਿੰਦਾ ਰੱਖਣਾ, ਬਿਲਕੁਲ ਉਹ ਵੱਡੀ ਗੱਲ ਹੈ ਤੁਹਾਡੇ ਲਈ, ਜਾਂ ਫਿਰ ਜਿਹੜੀ ਅੱਜ ਦੀ ਪੀੜ੍ਹੀ ਹੈ ਉਸ ਨਾਲ ਜੁੜੀ ਰਹੇ ਉਹ ਜ਼ਿਆਦਾ ਹੈ, ਜਾਂ ਫਿਰ 뮤직 ਜਿਹੜਾ ਇੱਕ ਅਲੱਗ ਤਰ੍ਹਾਂ ਦਾ ਤੁਸੀਂ ਕ੍ਰੀਏਟ ਕਰ ਰਹੇ ਹੋ, ਫੋਕਟ੍ਰੋਨਿਕ ਜਿਸ ਨੂੰ ਅਸੀਂ ਕਹਿ ਰਹੇ ਹਾਂ ਬਾਰ-ਬਾਰ, ਉਹ ਉਸ ਨੂੰ ਜ਼ਿਆਦਾ ਪ੍ਰਸਾਰਿਤ ਕਰਨਾ ਹੈ। ਕੀ ਡ੍ਰੀਮ, ਕੀ ਵਿਜ਼ਨ, ਉਹ ਹੈ ਕਿਹੜਾ ਵਿਜ਼ਨ? ਸੀ ਦੇਖੋ ਜੀ, ਅਸੀਂ ਸਿਟੀ ਫੋਕ ਹੈਗੇ ਆ, ਯੂ نو ਵੀ ਆਰ ਅਰਬਨ ਫੋਕ। ਤੁਸੀਂ ਸਾਨੂੰ ਠੇਠ ਪੰਜਾਬੀ ਚ ਗੱਲ ਕਰਨ ਨੂੰ ਕਹੋਗੇ, ਅਸੀਂ ਉਹ ਵੀ ਨਹੀਂ ਕਰ ਪਾਵਾਂਗੇ। ਜਿੰਨੀ ਪੰਜਾਬੀ ਆਉਂਦੀ ਹੈ ਉਹ ਅਸੀਂ ਤੁਹਾਡੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਹਾਂ, ਯੂ نو। ਸੋ ਦ ਪੁਆਇੰਟ ਇਜ਼ ਕਿ ਜਿਹੜੀਆਂ ਜਨਰੇਸ਼ਨਸ ਹੈਗੀਆਂ ਨੇ ਅਰਬਨ ਐਟਮੋਸਫੇਅਰਸ ਜਿਹੜੀਆਂ ਰਹਿੰਦੀਆਂ ਨੇ, ਫॉर them it is very important to stay connected to the culture. ਸੋ ਉਹ ਅਸੀਂ ਉਹਨਾਂ ਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ in a format which is digestible for them, you know, in a musical format which is digestible. And for also them. by the way, ਸਿਰਫ ਪੰਜਾਬੀ ਆਡੀਅנס ਨਹੀਂ ਹੈਗੀ ਹੈ ਸਾਡੀ, ਯੂ نو ਮਾਰਵਾੜੀ, ਸਿੰਧੀਜ਼, ਜਿਨ੍ਹਾਂ ਨੂੰ ਪੰਜਾਬੀ ਘੱਟ ਸਮਝ ਆਉਂਦੀ ਹੈ, ਬਟ ਦੇ ਆਰ ਆਲਸੋ ਆਰ ਆਡੀਅנס, ਯੂ نو, and it feels great. So I think to answer her question, basically the main aim is to keep this music going. ਸਾਨੂੰ ਸ਼ਾਇਦ ਇਹਨਾਂ ਨਾਲ ਲੋਕੀ ਪਹਿਚਾਨਣ, ਬਟ ਪੁਆਇੰਟ ਇਜ਼ ਕਿ ਉਹ ਮਿਊਜ਼ਿਕ ਉਹਨਾਂ ਤੱਕ ਪਹੁੰਚੇ ਤੇ ਉਹ ਇੰਜੋਏ ਕਰਨ, ਤੇ ਉਹਨਾਂ ਨੂੰ ਵੀ ਯਾਦ ਆਏ ਕਿ ਸਾਡੀ ਨਾਨੀ ਪੜਨਾਨੀ, ਯੂ نو, ਗਾਉਂਦੇ ਸੀਗੇ, ਗਾਣੇ ਗਾਉਂਦੇ ਅੱਜ ਦੀ ਡੇਟ ਵਿੱਚ ਜਿਹੜੇ ਯੰਗ ਬੱਚੇ ਗਰੋ ਅਪ ਹੋ ਰਹੇ ਨੇ, ਉਹਨਾਂ ਦੀਆਂ ਨਾਨੀਆਂ ਗਾਉਂਦੀਆਂ ਕਿ ਨਹੀਂ? ਅੱਛਾ ਸੁਖਮਨੀ, ਉਹ ਜਿਹੜਾ ਮੂਮੈਂਟ ਸੀ ਪਹਿਲਾ ਜਦੋਂ ਤੁਸੀਂ ਉਸ ਆਡੀਸ਼ਨ ਦੇ ਵਿੱਚ ਖੜੇ ਸੀ,
ਔਰ ਜਦੋਂ ਤੁਸੀਂ ਕੋਕ ਸਟੂਡੀਓ ਪਹੁੰਚਦੇ ਹੋ, ਪਰਫਾਰਮ ਕਰਦੇ ਹੋ, ਉਹਨਾਂ ਦੋਹਾਂ ਦੇ ਵਿੱਚ ਤੁਹਾਡਾ ਬੈਸਟ ਮੂਮੈਂਟ ਅੱਜ ਤੱਕ ਕਿਹੜਾ ਰਿਹਾ ਹੈ? ਕਿਸ ਨੂੰ ਤੁਸੀਂ ਜ਼ਿਆਦਾ ਪ੍ਰੈਫਰ ਕਰੋਗੇ ਕਿ ਜਦੋਂ ਤੁਸੀਂ ਆਟੋਬਾਇਓਗ੍ਰਾਫੀ ਕੱਲ ਨੂੰ ਲਿਖੋ ਤਾਂ ਕਿਹੜੀ ਚੀਜ਼ ਮੈਂਸ਼ਨ ਕਰੋਗੇ? ਕੋਕ ਸਟੂਡੀਓ ਤਾਂ ਮੈਂ ਭੁੱਲ ਹੀ ਗਈ ਸੀ frankly। ਚਲੋ ਯਾਦ ਕਰਾਣਾ ਬਿਕੋਜ਼ ਮੇਰੀ ਫੇਵਰਿਟ ਵਰਸ ਉਹਦੇ ਜੋ ਛੱਲਾ ਕਾਲੀਆਂ ਮਰਚਾਂ ਐਂਡ ਦ ਸੈਕੰਡ ਸਟ੍ਰਿੰਗ ਤੁਸੀਂ ਇੱਕ ਵਾਰੀ ਉਹ ਕਰ ਦਿਓ ਪਲੀਜ਼। ਛੱਲਾ ਕਾਲੀਆਂ ਮਰਚਾਂ, ਛੱਲਾ ਕਾਲੀਆਂ ਮਰਚਾਂ, ਛੱਲਾ ਕਾਲੀਆਂ ਉਹ ਮਰਚਾਂ ਵੇ ਮੋਰਾ ਪੀ ਕੇ ਮਰਸਾਂ ਵੇ ਸਿਰੇ ਤੇਰੇ ਅੜਸਾਂ ਵੇ ਗੱਲ ਸੁਣ ਚੱਲਿਆ ਚੋਰਾ ਵੇ ਸਰਦੀ ਕੀ ਤਈ ਕੋਲਾ। Goosebumps. Thank you so much for this. Allah beli o mera mala beli o mera Allah beli o mera mala beli Allah beli o mera mala beli o mera Allah beli o mera। ਔਰ ਕਿਹੜਾ Song ਹੈ ਜਿਸ ਦੀ ਬਾਰ-ਬਾਰ ਡਿਮਾਂਡ ਹੁੰਦੀ ਹੈ ਜਦੋਂ ਵੀ ਤੁਸੀਂ ਸ਼ੋਅ ਲਈ ਜਾ ਰਹੇ ਹੋ ਔਰ ਬਾਰ-ਬਾਰ ਲੋਕ ਕਹਿੰਦੇ ਨੇ ਕਿ ਉਹ ਸੁਣਾਓ? ਇੱਕ ਤਾਂ ਲੱਠੇ ਦੀ ਚਾਦਰ ਫॉर श्योर, ਬੂਹੇ ਬਾਰੀਆਂ ਆਈ ਥਿੰਕ ਬੂਹੇ ਬਾਰੀਆਂ ਆਲਸੋ ਫॉर श्योर। ਲੱਠੇ ਦੀ ਚਾਦਰ ਜ਼ਰੂਰ ਮੈਂ ਚਾਹਾਂਗੀ ਕਿ ਇੱਕ ਵਾਰ ਦਿਲ ਵਿੱਚ ਕੀ ਵਸਿਆ, ਓ ਸਾਡੇ ਦਿਲ ਵਿੱਚ ਕੀ ਵਸਿਆ, ਨਾ ਤੂੰ ਪੁੱਛਿਆ ਤੇ ਨਾ ਸੀ ਦੱਸਿਆ, ਹੋ ਗੱਲਾਂ ਗੋਰੀਆਂ ਤੇ ਕਾਲਾ ਕਾਲਾ ਦਿਲ ਵੇ, ਸਾਡਾ ਕੱਢ ਕੇ ਲੈ ਗਈ ਦਿਲ ਵੇ, ਹੋ ਦਿਲ ਵੇ ਦਿਲ ਵੇ ਦਿਲ ਵੇ ਨੀ ਦਿਲ ਵੇ ਦਿਲ ਵੇ ਦਿਲ ਵੇ, ਹੋ ਦਿਲ ਵੇ ਦਿਲ ਵੇ ਦਿਲ ਵੇ ਨੀ ਦਿਲ ਵੇ ਦਿਲ ਵੇ ਦਿਲ ਵੇ। ਹੋ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਹੋ ਸਾਹਮਣੇ ਕੋਲੋਂ ਦੀ ਰੁੱਸ ਕੇ ਰੰਗ ਮਾਇਆ, ਹੋ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਹੋ ਸਾਹਮਣੇ ਕੋਲੋਂ ਦੀ ਰੁੱਸ ਕੇ ਰੰਗ ਮਾਇਆ। ਸਵੈਗ ਦੀ ਕੋਈ ਕਮੀ ਨਹੀਂ ਹੈ, ਰॉनेस ਬਰਕਰਾਰ ਹੈ, ਫੋਕ ਜਿਹੜਾ ਹੈ ਉਸਦੀ ਉਹ ਖੁਸ਼ਬੂ ਉਹ ਵੀ ਇਹਨਾਂ ਦੇ ਆਵਾਜ਼ ਦੇ ਵਿੱਚ ਆਈ। ਮੈਨੂੰ ਸੱਚੀ ਲੱਗਿਆ ਕਿ ਕੋਈ ਪੰਜਾਬੀ ਫਿਲਮ ਪੁਰਾਣੀ ਚੱਲ ਰਹੀ ਹੈ ਔਰ ਉਸਦਾ ਜਿਹੜਾ ਉਹ ਗਾਣਾ ਹੈ ਉਹ ਮੈਨੂੰ ਮਹਿਸੂਸ ਹੋਇਆ। ਇਸੇ ਕਰਕੇ ਇੰਨਾ ਜ਼ਿਆਦਾ ਮਕਬੂਲੀਅਤ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਸ਼ੋਜ਼ ਦੇ ਲਈ ਜਾਂਦੇ ਹੋ। ਥੈਂਕ ਯੂ। ਔਰ ਇਹੀ ਕਾਰਨ ਹੈ ਕਿ ਜੋ ਤੁਸੀਂ ਪ੍ਰੀਜ਼ਰਵ ਕਰਨਾ ਚਾਹ ਰਹੇ ਹੋ ਉਸ ਦੇ ਵਿੱਚ ਕਾਮਯਾਬ ਤੁਸੀਂ ਹੋ ਪਾ ਰਹੇ ਹੋ। ਸਾਡੇ ਨਾਲ ਐਂਕਰਸ ਜੁੜਨਗੇ ਔਰ ਸਵਾਲ ਉਹਨਾਂ ਦੇ ਵੀ ਕਿਉਂਕਿ ਰਹਿਣਗੇ। ਮੈਂ ਪੁੱਛਣਾ ਚਾਹਾਂਗੀ ਕਿ ਤੁਸੀਂ ਬਚਪਨ ਤੋਂ ਹੀ ਇੰਨੇ ਜ਼ਿਆਦਾ ਕੌਨਫੀਡੈਂਟ ਹੋ, ਕਿਉਂਕਿ ਫਰਮ ਚਾਈਲਡਹੁੱਡ ਆਪਣੇ ਬਹੁਤ ਸਾਰੇ ਸੁਪਨੇ ਹੁੰਦੇ ਨੇ ਤੇ ਉਹ ਸਮੇਂ ਦੇ ਨਾਲ ਬਦਲਦੇ ਵੀ ਰਹਿੰਦੇ ਨੇ। ਕੀ ਤੁਹਾਡਾ ਬਚਪਨ ਤੋਂ ਹੀ ਇਹ ਸੁਪਨਾ ਸੀ ਕਿ ਅਸੀਂ 뮤직 ਲਾਈਨ ਦੇ ਵਿੱਚ ਜਾਣਾ, ਕਿ ਤੁਸੀਂ ਸ਼ਾਈ ਟਾਈਪ ਪਰਸਨ ਸੀਗੇ? ਮੈਂ ਸ਼ਾਈ ਟਾਈਪ ਬਿਲਕੁਲ ਸੀਗੀ, ਇੰਨੀ ਸ਼ਾਈ ਸੀਗੀ ਕਿ ਜੇ ਘਰ ਡਿਨਰ ਹੁੰਦਾ ਸੀ ਤੇ ਰਿਸ਼ਤੇਦਾਰ ਆਉਂਦੇ ਸੀ ਤੇ ਮੈਂ ਛੁਪ ਜਾਂਦੀ ਸੀ ਕਿ ਹੁਣ ਸਾਰਿਆਂ ਨੂੰ ਮਿਲਣਾ ਪਏਗਾ। ਰੀਅਲੀ? ਸੋ ਆਈ ਵਾਸ ਵੈਰੀ ਸ਼ਾਈ। ਸੋ ਸਕੂਲ ਵਿੱਚ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀਗਾ, ਮੇਰੀ ਬੈਚਮੇਟਸ ਨੂੰ ਪਤਾ ਨਹੀਂ ਸੀਗਾ ਕਿ ਮੈਂ ਗਾਉਂਦੀ ਹਾਂ। ਬਟ ਫਿਰ ਕਾਲਜ ਵਿੱਚ ਮੈਂ ਥੋੜੀ ਖੁੱਲ ਗਈ ਸੀ। ਬੜਾ ਅਲੱਗ ਐਕਸਪੀਰੀਅੰਸ ਰਹਿੰਦਾ ਹੈ। ਹਾਂ 2001 ਸੀਗਾ ਸ਼ਾਇਦ। ਸੋ 2001 ਤੋਂ ਵੀ 2008 ਤੱਕ ਆਉਂਦੇ, ਕਿਉਂਕਿ ਜਦੋਂ ਤੁਹਾਡੀ ਜੋੜੀ ਆਈ ਹੈ ਔਰ ਇਸ ਪੂਰੇ 뮤직 ਸਫ਼ਰ ਦੀ ਸ਼ੁਰੂਆਤ ਹੋਈ ਹੈ ਉਹਦੇ ਵਿੱਚ ਵੀ 7 ਸਾਲ ਦਾ ਉਹ ਸਮਾਂ ਸੀ। ਹਾਂਜੀ। ਹਰ ਇੱਕ ਦੀ ਲਾਈਫ 'ਚ ਅਪਸ ਐਂਡ ਡਾਊਨਸ ਰਹਿੰਦੇ ਨੇ। ਹਰੀ ਐਂਡ ਸੁਖਮਨੀ ਦੀ ਲਾਈਫ 'ਚ ਕਿਉਂਕਿ ਬਹੁਤ ਤੁਸੀਂ ਮਕਬੂਲੀਅਤ ਵੀ ਲੋਕਾਂ ਦਾ ਪਿਆਰ ਬਹੁਤ ਮਿਲਿਆ, ਪਰ ਕੋਈ ਐਸਾ ਸਮਾਂ ਜਿਸ ਨੂੰ ਤੁਸੀਂ ਇਹ ਮਹਿਸੂਸ ਕੀਤਾ ਕਿ 뮤직 ਮੇਰੀ ਚੀਜ਼ ਨਹੀਂ ਹੈ ਜਾਂ ਹਮੇਸ਼ਾ ਤੋਂ ਬਰਕਰਾਰ ਰਿਹਾ? ਨਹੀਂ ਜੀ, ਮੈਂ ਤਾਂ ਮੈਨੂੰ ਸੀਗਾ ਕਿ ਮਤਲਬ ਉਹ ਹੁੰਦਾ ਨਾ ਕਿ ਤੁਸੀਂ ਬਸ ਉਹ ਥਾਟ ਰੱਖ ਦਿਓ ਤੇ ਹੋ ਜਾਏਗਾ। ਬਸ ਉਹ ਸੀਗਾ ਕਿ ਮੈਂ ਤਾਂ ਇਹੀ ਕਰਨਾ ਹੈ, ਮੈਨੂੰ ਪਤਾ ਹੋਣਾ ਹੈ, ਯੂ ਨੋ। ऑफ कोर्स मॉम डैड तो हमेशा दे वुड से कि टीचर ही बन जा, ये कर ले वो कर ले। ਅੱਛਾ, ਤੁਸੀਂ ਵੀ ਇਹ ਫੇਸ ਕੀਤਾ ਹੈ? ਉਹ ਬਿਲਕੁਲ ਜੀ। ਕਿਉਂਕਿ ਬਬਲੀ ਗਰਲਸ ਜਿਹੜੀਆਂ ਹੁੰਦੀਆਂ ਨਾ, ਜਿਹੜੇ ਬਹੁਤ ਜ਼ਿਆਦਾ ਆਪਟੀਮਿਸਟਿਕ, ਉਹ ਬਹੁਤ ਇਹ ਫੇਸ ਕਰਦੀਆਂ ਨੇ ਔਰ ਸੋਸਾਇਟੀਜ਼ ਦੇ ਆਪਣੇ ਨੋਰਮਸ ਨੇ, ਇੱਕ ਅਲੱਗ ਨਜ਼ਰ ਨਾਲ ਉਹਨੂੰ ਦੇਖਿਆ ਵੀ ਜਾਂਦਾ ਹੈ। ਸੋ ਇਹ ਤੁਸੀਂ ਵੀ ਫੇਸ ਕੀਤਾ ਹੈ? ਹਾਂਜੀ ਹਾਂਜੀ ਬਿਲਕੁਲ। ਕਿਵੇਂ? ਬਟ ਮੈਨੂੰ ਬਿਲੀਵ ਸੀਗਾ
ਉਸ ਪਾਵਰ ਵਿੱਚ ਕਿ ਇਹ ਹੋਏਗਾ ਐਂਡ ਥੈਂਕ ਗੋਡ ਹੋ ਗਿਆ। ਹਰੀ ਦਾ ਸਾਥ ਕਿੰਨਾ ਜ਼ਰੂਰੀ ਸੀ ਇਹ ਜਿਹੜਾ ਇਹ ਸੁਪਨਾ ਤੁਹਾਡਾ ਪੂਰਾ ਹੋਇਆ ਔਰ ਜਿੱਥੇ ਤੁਸੀਂ ਅੱਜ ਖੜੇ ਹੋ? ਹਰੀ ਦਾ ਸਾਥ ਬਿਲਕੁਲ ਪੂਰਾ ਆਈ ਡੋਂਟ ਥਿੰਕ ਇਸ ਤੋਂ ਬਿਨਾ ਗੱਡੀ ਅੱਗੇ ਵਧਣੀ ਸੀਗੀ। ਮੈਨੇ ਲਿਖਿਆ ਹੀ ਹੋਇਆ ਸੀ ਹਰੀ ਸ਼ਾਈ ਟਾਈਪ ਨੇ ਕਿ ਨਹੀਂ ਫਰਮ ਚਾਈਲਡਹੁੱਡ ਜੀ, ਬੋਲਦੇ ਮੈਂ ਆਪੋਜ਼ਿਟ ਹੈਗੀ ਆ। ਮੈਂ ਹਲੇ ਮੈਂ ਹੀ ਗੱਲ ਕਰਨੀ ਆ, ਪਤਾ ਨਹੀਂ ਇਹ ਚੁੱਪ ਹੋ ਗਿਆ ਹੈ। ਤੁਸੀਂ ਸਮਝਾ ਕੇ ਤਾਂ ਨਹੀਂ ਲਿਆ? ਹੁਣ ਮੈਂ interact with the audiences. I think ਪਹਿਲੀ ਵਾਰੀ I don't think you will remember. मैं literally टकरी सी Zurich airport ते, and I think Hari was in the queue, coffee फड़ के खड़े हुए सी for the both of you, and I turned around and there was coffee all over me, and that's how we met for the first time. Really? जब we met. जब we met, we can say. Jab we met, yes. But मैं देखा होया, even when there have been foreigners in their audience, like you sing a lot at public and private events and functions and weddings. They, music without borders, jitna tusi ਉਹ ਕੀਤਾ and how people appreciate it. I've seen foreigners who haven't heard Indian music, leave alone Punjabi music. Yes, it's a fact that jad tikar drums na vajan tad tikar parties maja vi nahi aanda. I know, but then you have redefined that, and I've seen foreigners grooving to them. So when you talk about music without borders, how much of a responsibility do you feel on yourselves that you're taking Punjabi music to a global stage? I mean, that's the idea. That's absolutely the idea. that's the dream. That's the dream. Yeah. I mean, it's not just Punjabi music, it's Punjabi folk. So it's like you're taking Punjabi culture into into the world space. And what about Bollywood? Like, that seems like the normal progression, that okay, now that you're popular and some producer will want to cash in on that popularity. So do you have those kind of aspirations? Would you want to do that? I mean, for a lot of artists, maybe like Bollywood seems to be like the apex of their musical careers. Fortunately for us, we've kind of cemented ourselves in Punjabi folk and in the weddings that we do, and fortunately that's helped us to bring our careers to this point. We've been doing this for like 17 years. Yes, of course, if the opportunity comes along, it's not something that we are averse to, but it's not like that, we're doing things in a particular way just to be a part You of want Bollywood. it to be organic. It has to be very organic Yeah. if it happens, yeah. ਅੱਛਾ, ਇੱਕ ਸਵਾਲ ਜਿਹੜਾ ਤੁਹਾਡੀ ਜੋ ਗਾਇਕੀ ਹੈ ਉਸ ਦੇ ਵਿੱਚ ਬਾਬਾ ਬੁੱਲੇ ਸ਼ਾਹ, ਬਾਬਾ ਫਰੀਦ, ਜਦੋਂ ਤੁਸੀਂ ਇਹਨਾਂ ਨੂੰ ਇਨਕਲਕੇਟ ਕਰਦੇ ਹੋ ਤਾਂ ਇੱਕ ਬੜੀ ਰਿਸਪੌਂਸਿਬਿਲਿਟੀ ਆ ਜਾਂਦੀ ਹੈ ਕਿ ਉਹ ਮੈਸੇਜ ਜਿਹੜਾ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ, ਮਿਊਜ਼ਿਕ ਤਾਂ ਹੈ ਹੀ ਹੈ ਪਰ ਬੜਾ ਵੱਡਾ ਨਾਂ ਹੈ, ਕਦਾਵਰ ਉਹ ਸ਼ਖਸੀਅਤਾਂ ਨੇ। ਸੋ ਲੱਗਦਾ ਹੈ ਕਿ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਫੀਲ ਹੁੰਦੀ ਹੈ ਕਿ ਅਸੀਂ ਲੋਕਾਂ ਤੱਕ ਪਹੁੰਚਾਉਣਾ ਹੈ, ਮਿਊਜ਼ਿਕ ਵੀ ਪਹੁੰਚਾਉਣਾ ਹੈ, ਪਰ ਉਹ ਨਾਂ ਜਿਹੜਾ ਹੈ ਉਹ ਵੀ ਨਾਲ ਲੈ ਕੇ ਚੱਲਣਾ ਹੈ। ਉਹ ਵੀ ਮਾਡਰਨ 뮤직 ਨਾਲ ਮਿਕਸ ਕਰਕੇ ਤੁਸੀਂ ਆਈ ਬਣਾਉਂਦੇ ਥਿੰਕ ਜਿਹੜੀ ਸਾਡੀ ਅਪਰੋਚ ਹੈਗੀ ਨਾ, ਉਹ ਬੋਝ ਲੈ ਕੇ ਕੁਝ ਕੰਮ ਨਹੀਂ ਹੋ ਸਕਦਾ। ਤੁਸੀਂ ਉਹ ਬੋਝ ਲੈ ਕੇ ਸੋਚੋ ਕਿ ਹਾਂ ਹੁਣ ਇਹ ਕਰਨਾ ਹੈ, ਸੋ ਅਸੀਂ ਉਹ ਥਾਟ ਹੀ ਨਹੀਂ ਰੱਖਦੇ। ਫ੍ਰੀ ਬਰਡਸ ਅਸੀਂ ਦਿਲ ਨਾਲ ਕਰਦੇ ਹਾਂ। ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਾਨੂੰ ਪਸੰਦ ਆਉਣਾ ਚਾਹੀਦਾ ਹੈ, ਸਾਨੂੰ ਜਿਹੜੇ ਬੋਲ ਹੈਗੇ ਨੇ ਸਾਨੂੰ ਮੀਨਿੰਗਫੁਲ ਲੱਗਣੇ ਚਾਹੀਦੇ ਨੇ। ਤੇ ਲਾਈਕ ਬਾਬਾ ਬੁੱਲੇ ਸ਼ਾਹ ਮਤਲਬ ਕਿ ਸਿੰਪਲ ਪੋਇਟਰੀ, ਲਾਈਕ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਸਾਡੀ ਜ਼ਾਤ ਪਛਾਣੇ ਨਾ ਕੋਈ ਸਾਨੂੰ ਮੰਨੇ, ਮਤਲਬ ਬਿਊਟੀਫੁਲ ਅੱਜ ਵੀ ਉਹ ਚੀਜ਼ ਰੈਲੇਵੈਂਸ ਰੱਖਦੀ ਹੈ। ਸੋ ਆਈ ਥਿੰਕ ਦੈਟਸ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਹੈਗੀ ਹੈ। ਮੇਰੇ ਹਿਸਾਬ ਨਾਲ ਮਿਊਜ਼ਿਕ ਤੋਂ ਕੁਝ ਨਹੀਂ ਹੈ। ऑफ कोर्स बड़े लोग के आंदे ने, उन्होंने बहुत कुछ लिखा है, बहुत कुछ प्रेजेंट किया है, बट मेरे गुरु जी भी कहते सी, ही स्टिल देयर, गुरशरण सिंह जी, एंड वो भी यही कहते हैं, देखो जी words can only take you to a certain point, beyond that it is only music that's going to take you there. So ਕੱਪੜਿਆਂ ਨੂੰ ਲੈ ਕੇ ਕਦੇ ਟ੍ਰੋਲ ਕੀਤਾ ਕਿਸੇ ਨੇ? जब काजल लाया सी, that काजल बिल्कुल जी, बिल्कुल। I'm just seeing your nose print। बिल्कुल जी, ਤੇ बिल्कुल। ਇਹਦੇ ਲਈ ਵੀ ਬੋਲਿਆ ਜਾਂਦਾ ਹੈ। हाँ जी, बट मैंने फिर वेख के कई कई मुंडिया ने अपना भी कराया हुआ है, so So it that happens, inspires that you. also happens, ਇੰਸਪੀਰੇਸ਼ਨ ਵੀ ਹੋਈ ਹੈ, ਨਾਲੇ ਸਾਨੂੰ ਸੁਣਨ ਨੂੰ ਵੀ ਮਿਲਦਾ ਹੈ। ਬਟ
ਇਟਸ ਆਲ ਪਾਰਟ ਆਫ ਦ ਗੇਮ ਲੋਕ ਤਾਂ ਕਹਿਣਗੇ ਹੀ ਉਹਨਾਂ ਉਹ ਵੇਲਿਆਂ ਦਾ ਕੰਮ ਹੀ ਹੋ ਅੱਛਾ ਇਨਸਪੀਰੇਸ਼ਨ ਦੀ ਗੱਲ ਹੋਈ ਹੈ ਤਾਂ ਇੱਥੋਂ ਹੀ ਸਵਾਲ ਮੇਰਾ ਬਣੇਗਾ ਕਿ ਇਨਸਪੀਰੇਸ਼ਨ ਤੁਹਾਡਾ ਸੋਰਸ ਆਫ ਇਨਸਪੀਰੇਸ਼ਨ ਤੁਹਾਡਾ ਕੀ ਹੈ? ਇੱਕੋ ਹੀ ਸੋਰਸ ਹੈ ਜਾਂ ਵੱਖ-ਵੱਖ ਆਈਡਲ ਨੇ ਤੁਹਾਡੇ ਆਪਣੇ ਆਦਰਸ਼ ਨੇ ਤੁਹਾਡੇ ਆਪਣੇ ਨੇ ਔਰ ਤੁਸੀਂ ਉਹਨਾਂ ਦੇ ਵਰਗੋ ਜਿਹਦੇ ਲਈ ਇੱਕ ਹੁੰਦਾ ਨਾ ਕਿ ਸੈੱਟ ਕੀਤਾ ਹੁੰਦਾ ਕਿ ਇਹਦੇ ਵਰਗਾ ਮੈਂ ਬਣਨਾ ਚਾਹੁੰਦਾ ਜ਼ਿੰਦਗੀ 'ਚ? ਨਹੀਂ ਇੰਟਰਨਲ ਵੌਇਸ ਮਤਲਬ ਗਰੋਇੰਗ ਅਪ ਫੈਮਿਲੀ ਵਿੱਚ ਹੀ ਸਾਰੇ ਗਾਉਂਦੇ ਸੀਗੇ ਸੋ ਇੱਕ ਤਾਂ ਉੱਥੋਂ ਹੀ ਪਹਿਲਾਂ ਤਾਂ ਉੱਥੋਂ ਹੀ ਆਇਆ ਫਿਰ ਜਿਸ ਤਰ੍ਹਾਂ ਆਈ ਵਾਸ ਐਕਸਪੋਜ਼ਡ ਟੂ ਦ ਵਰਲਡ ਲਾਈਕ ਮੈਡੋਨਾ ਸੀਗੀ ਮਾਈਕਲ ਜੈਕਸਨ ਇਹਨਾਂ ਦਾ ਮਿਊਜ਼ਿਕ ਪ੍ਰੈਜੈਂਟੇਸ਼ਨ ਡਾਂਸ you know stage presence ਉਹ ਸਾਰਾ that inspired me and of course Abida Parveen Nusrat Fateh Ali Khan sahab like these were my inspiration. And if I may ask also ki you work with a lot of people ਜਿਹੜੇ ਨਏ ਲੋਕੀ ਹੈਗੇ new generation the younger lot ਤੁਸੀਂ ਨਵੇਂ photographers ਨਾਲ ਕੰਮ ਕਰਦੇ ਹੋ ਨਵੇਂ lyricists ਨਾਲ ਨਵੇਂ stylists ਨਾਲ you work a lot with fashion people also. How do you decide is it about vibe matching? Is it about visions matching? Do you think and plan the whole project sitting down together? No. What is that creative? It's very organic again. The vibe has to match. Yeah. Vibe has to match. My thing is that I have to connect with you. If we are connected, I can work with you because then our energies are open to each other. If that doesn't happen, then I can't work with just any jana khana. When you are matching energies or you're sitting and jamming, is your thing jiving together, singing together, jamming together? Is that how you break the ice with people, or are you very judgy and whatever? Yeah, if it's a musician, फिर obviously jam ਹੁੰਦਾ ਹੈ jam ਵਿੱਚੋਂ best things come out of a jam. As far as whether it's videographer, photographer, stylist, ਉਹ ਫਿਰ ਇੱਕੋ ਮੈਚ ਹੋਣਾ ਚਾਹੀਦਾ ਹੈ I think work ethics also ਤੇ talent and vibe. ਇੱਥੇ vibe deeply also involved. ਇੱਥੇ ਵਾਈਬ ਮੈਚ ਕੀਤੀ ਹੈ ਬਿਲਕੁਲ ਜੀ ਤੇ ਫਿਰ ਇੱਕ ਗਾਣਾ ਹੋਰ ਗਾਣਾ ਹੋਰ ਸੁਣਾ ਦਿਓ ਬੂਹੇ ਬਾਰੀਆਂ ਚੁਗ ਚੁਗ ਜੂ ਤੇ ਨਾਲੇ ਕੰਧਾਂ ਟੱਪ ਕੇ ਜੁਮ 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 ਬੂਹੇ ਬਾਰੀਆਂ ਚੁਗ ਚੁਗ ਜੂ ਤੇ ਨਾਲੇ ਕੰਧਾਂ ਟੱਪ ਕੇ ਜੁਮ ਆਵਾਂਗੇ ਹਵਾ ਜੁਮ ਬਣ ਚੱਕ ਕੇ ਜੁਮ ਚੱਕ ਜੁਮ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਚੰਨ ਚੜਦਾ ਤੇ ਸਾਰੇ ਚੱਕ ਲੋਕੀ ਪੈ ਚੱਕ ਚੱਕੇ ਜੁਮ ਜੁਮ ਡੂੰਘੇ ਪਾਣੀਆਂ ਚ ਜੁਮ ਜੁਮ ਦਿਵੇ ਪੈ ਮਲੇ ਦਿਵੇ ਪੈ ਮਲੇ ਕੰਡੇ ਲੱਗ ਜਾਂਗੀ ਮੈਂ ਕੱਚਾ ਕੜਾ ਬਣ ਕੇ ਕੰਡੇ ਲੱਗ ਜਾਂਗੀ ਮੈਂ ਕੱਚਾ ਕੜਾ ਬਣ ਕੇ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਬੂਹੇ ਬਾਰੀਆਂ ਅੱਜ ਨਿਊਜ਼ ਰੂਮ ਦੇ ਵਿੱਚ ਤਾਂ ਰੌਣਕਾਂ ਤੁਸੀਂ ਪੂਰੀਆਂ ਲਾਈਆਂ ਨੇ ਪਰ ਜਦੋਂ ਸਟੇਜ ਤੇ ਹੁੰਨੇ ਹੋ ਤਾਂ ਇਹ ਜਿਹੜਾ ਸੁਮੇਲ ਹੈ ਕਿਵੇਂ ਆਪਸ ਦੇ ਵਿੱਚ ਜਿਹੜੀ ਲੈਂਗੁਏਜ ਹੈ ਉਹ ਕਿਵੇਂ ਕੰਮ ਕਰਦੇ ਹੋ ਕਮਿਊਨੀਕੇਸ਼ਨ ਕਿਵੇਂ ਰੱਖਦੇ ਹੋ ਕੀ ਇਸ਼ਾਰੇ ਨਾਲ ਗੱਲ ਹੁੰਦੀ ਹੈ ਕਿ ਕਦੋਂ ਰੁਕਣਾ ਹੈ ਕਦੋਂ ਸਟੇਜ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਮੈਂ ਕੁਝ ਇਹਨੂੰ ਕਹਿਣਾ ਵੀ ਚਾਹਾਂ ਤੇ ਨਹੀਂ ਹੋ ਸਕਦਾ ਬਿਕੋਜ਼ ਹਰੀ ਇਜ਼ ਨਾਟ ਅਵੇਅਰ अखियों से गोली मारे Hari has left and somebody else is on the stage. Hari is not there. He is only doing his own thing. I'm like Hari. ਦੇਖੋ ਜੀ ਗੱਲ ਬੜੀ ਸਿੰਪਲ ਹੈ ਮੈਂ ਸੁਖਮਨੀ ਨੂੰ ਹਮੇਸ਼ਾ ਕਿਹਾ ਹੈ when we are on stage ਅਸੀਂ ਇੱਕ ਦੋਨੋਂ ਵਾਸਤੇ ਪਰਫਾਰਮ ਕਰ ਰਹੇ ਹਾਂ ਚਾਹੇ ਕਿਸੇ ਹੋਰ ਨੂੰ ਪਸੰਦ ਆਏ ਨਾ ਆਏ ਕੋਈ ਹੋਰ ਖੜਾ ਹੈ ਨਹੀਂ ਖੜਾ ਅਸੀਂ ਇੰਜੋਏ ਕਰ ਰਹੇ ਹਾਂ If we're talking about music, ਮੌਸੀਕੀ ਦੀ ਜੇ ਅਸੀਂ ਗੱਲ ਕਰੀਏ your latest release Kala Shakala. If somebody doesn't know what you guys do and they were to listen to Kala Shakala on World Music Day and they were to know things about Punjab, what do you think they will know about Punjab through Kala Shakala?
I mean, Kala Shakala is the, what can you say? It's going to take you to a time from where this song comes from. ਕਿ ਜ਼ਮਾਨੇ ਵੀ ਚੇਂਜ ਹੁੰਦੇ ਨੇ, ਲਾਈਕ ਹੁਣ ਕੁੜੀਆਂ ਮੁੰਡੇ ਦਾ ਬੈਲੈਂਸ ਚੇਂਜ ਹੋ ਰਿਹਾ ਹੈ ਲਾਈਫ ਵਿੱਚ, ਰਾਈਟ? ਸੋ ਕਾਲਾ ਸ਼ਾਕਾਲਾ ਮੇਰਾ ਕਾਲਾ ਏ ਸਰਦਾਰ, ਗੋਰਿਆਂ ਨੂੰ ਦਫਾ ਕਰੋ. ਲਾਈਕ ਹਾਊ ਐਜ਼ ਇੰਡੀਅਨਸ ਵੀ ਆਰ ਸੋ enamored by white skin, you know? So it will tell you about that, कि breaking the norms, कि Stereotypes, yeah. हाँ. So I think It's a quintessential folk song, man. Yeah. Punjabi folk song. like Just this to girl wrap had the up, guts. This girl had the guts to say कि गोरियां नु दफा करो, मैं आप तले दी तार, you know? So बिल्कुल बिल्कुल absolutely. ससड़िए तेरे पंज पुत्र दो आवे दो शराबे, ससड़िए तेरे पंज पुत्र दो आवे दो शराबे, जीना मेरे हाण दा खिलिया फुल गुलाबी हो काला शकाला, हो काला शकाला, मेरा काला ए सरदार, गोरियां नु दफा करो, हो गोरियां नु दफा करो, मैं आप तेरे दी तार, काला शकाला. यूं ही पहलू में बैठे जाओ, यूं ही पहलू में बैठे जाओ, आज जाने की जिद ना करो, आज जाने की जिद ना करो. यही कहने का मन कर रहा है कि आज जाने की जिद ना करो, पर जाना पैना है क्योंकि इस सुरमई महफिल ਨੂੰ ਇੱਥੇ ਹੀ ਸਾਨੂੰ ਰੋਕਣਾ ਪੈਣਾ ਹੈ. ਪਰ ਮਿਊਜ਼ਿਕ ਡੇ, ਮਿਊਜ਼ਿਕ ਜਿਹੜਾ ਰਗ ਰਗ ਦੇ ਵਿੱਚ ਵਸਦਾ ਹੈ, ਭਾਰਤੀ ਜਿਹੜੇ ਨੇ ਉਹ ਮਿਊਜ਼ਿਕ ਨੂੰ ਹਰ ਦਿਨ ਸੈਲੀਬ੍ਰੇਟ ਕਰਦੇ ਨੇ, ਤੇ ਅੱਜ ਜੋ ਮਾਡਰਨ ਤੜਕਾ ਇਹਨਾਂ ਨੇ ਫੋਕ ਦੇ ਵਿੱਚ ਲਗਾਇਆ, ਉਸ ਦਾ ਸਵਾਦ, ਉਸ ਦੀ ਮਹਿਕ ਤੁਹਾਨੂੰ ਸਾਰਿਆਂ ਨੂੰ ਘਰ ਬੈਠੇ ਹੀ ਮਹਿਸੂਸ ਹੋਈ ਹੋਵੇਗੀ. ਸੋ ਇਸ ਮਹਿਫਿਲ ਨੂੰ ਉਦੋਂ ਤੱਕ ਥੋੜੀ ਦੇਰ ਦੇ ਲਈ ਵਿਰਾਮ ਦਿੰਦੇ ਆ, ਪਰ ਇਹ ਜੋ ਮਹਿਫਿਲ ਤੁਸੀਂ ਅੱਜ ਸਜਾਈ ਹੈ, ਇਹ ਜਿਹੜੇ ਸੁਰ ਤੁਸੀਂ ਛੇੜੇ ਨੇ, ਇਹ ਜ਼ਿੰਦਗੀਆਂ ਹਮੇਸ਼ਾ ਰੋਸ਼ਨ ਕਰਦੇ ਰਹਿਣਗੇ. Thank you. ਰੱਬ ਰੱਖ. Thank you.